Good morning students. Welcome to GTV College for Women ਲੇਲ ਖੁਰਦ। ਪਿਆਰੇ ਵਿਦਿਆਰਥੀਓ, ਪੰਜਾਬੀ ਦੀ ਇਸ ਕਲਾਸ ਦੇ ਵਿੱਚ ਆਪ ਸਭ ਦਾ ਬਹੁਤ ਸਵਾਗਤ ਹੈ। ਅੱਜ ਆਪਾਂ ਪੰਜਾਬ ਦੇ ਲੋਕ ਨਾਚਾਂ ਦੀ ਗੱਲ ਕਰਾਂਗੇ। ਇਸ ਤੋਂ ਪਹਿਲਾਂ ਤੁਸੀਂ ਲੋਕ ਕਿੱਤੇ ਤੇ ਲੋਕ ਕਲਾਵਾਂ ਬਾਰੇ ਪੜ੍ਹਿਆ। ਅੱਜ ਆਪਾਂ ਲੋਕ ਨਾਚ ਦੀ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਕਿਹੜੇ ਲੋਕ ਨਾਚ ਨੇ, ਲੋਕ ਨਾਚ ਕਿਸ ਨੂੰ ਕਹਿੰਦੇ ਨੇ, ਤੇ ਇਸਤਰੀਆਂ ਦੇ ਕਿਹੜੇ ਨੇ ਤੇ ਮਰਦਾਂ ਦੇ ਨਾਚ ਨੇ ਜੋ ਉਹ ਕਿਹੜੇ ਨੇ। ਉਸ ਤੋਂ ਵੀ ਪਹਿਲਾਂ ਕਹਿੰਦੇ ਸੰਸਾਰ ਦੇ ਵਿੱਚ ਕਹਿੰਦੇ ਕੋਈ ਵੀ ਇਲਾਕਾ ਅਜਿਹਾ ਨਹੀਂ ਜਿੱਥੇ ਕਿਸੇ ਦਾ ਆਪਣਾ ਵਿਲੱਖਣ ਨਾਚ ਨਾ ਹੋਵੇ। ਕਹਿਣ ਦਾ ਭਾਵ ਦੁਨੀਆ ਦੇ ਵਿੱਚ ਜਿੰਨੇ ਵੀ ਦੇਸ਼ ਨੇ ਜਾਂ ਭਾਰਤ ਦੇ ਵਿੱਚ ਜਿੰਨੀਆਂ ਵੀ ਸਟੇਟਾਂ ਨੇ, ਹਰ ਇੱਕ ਸਟੇਟ ਦਾ ਆਪਣਾ ਦੇਖੋ ਅਲੱਗ ਤੋਂ ਨਾਚ ਹੈਗਾ। ਕਹਿੰਦੇ ਜਿਹੜੇ ਲੋਕ ਨਾਚ ਨੇ ਇਹ ਵੀ ਲੋਕ ਸਮੂਹ ਦੇ ਸਿਰਜਣ ਕਲਾ ਦੀ ਇੱਕ ਵੰਨਗੀ ਹੀ ਹੈ, ਇੱਕ ਕਿਸਮ ਹੈ ਜਿਸ ਦੇ ਰਾਹੀਂ ਜਿਹੜੇ ਲੋਕ ਨੇ ਕੀ ਨੇ ਆਪਣੇ ਚਾਅ, ਆਪਣੇ ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਰਾਹੀਂ ਹੀ ਪੇਸ਼ ਕਰਦੇ ਨੇ। ਕਹਿਣ ਦਾ ਮਤਲਬ ਜਦੋਂ ਵੀ ਆਪਾਂ ਨੂੰ ਕਿਸੇ ਚੀਜ਼ ਦੀ ਖੁਸ਼ੀ ਚੜ੍ਹਦੀ ਹੈ ਤਾਂ ਆਪਾਂ ਉਸ ਖੁਸ਼ੀ ਨੂੰ ਪ੍ਰਗਟਾਉਣ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਦੀ ਮਤਲਬ ਮੁਦਰਾ ਕਰਦੇ ਹਾਂ ਤਾਂ ਉਹ ਇੱਕ ਨਾਚ ਹੀ ਬਣ ਜਾਂਦੀ ਹੈ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਕਹਿੰਦੇ ਜਿਹੜੇ ਪੰਜਾਬੀ ਲੋਕ ਨੇ ਆਪਣੇ ਜੋ ਹਾਵ ਭਾਵ ਨੇ ਉਸ ਨੂੰ ਸਰੀਰਕ ਮੁਦਰਾਵਾਂ ਦੇ ਰਾਹੀਂ ਪੇਸ਼ ਕਰਦੇ ਨੇ, ਜਿਨ੍ਹਾਂ ਨੇ ਅੱਗੇ ਕੀ ਹੈ ਲੋਕ ਨਾਚ ਦਾ ਰੂਪ ਧਾਰਨ ਕਰ ਲਿਆ। ਸੋ ਇਸ ਪ੍ਰਕਾਰ ਇਸ ਪਾਠ ਦੇ ਵਿੱਚ ਆਪਾਂ ਲੋਕ ਨਾਚਾਂ ਦੀ ਹੀ ਗੱਲ ਕਰਾਂਗੇ। ਜਿਹੜਾ ਇਹ ਲੇਖ ਹੈ ਪੰਜਾਬ ਦੇ ਲੋਕ ਨਾਚ, ਇਹ ਡਾਕਟਰ ਜਗੀਰ ਸਿੰਘ ਨੂਰ ਦਾ ਲਿਖਿਆ ਹੋਇਆ ਹੈ। ਬਹੁਤ ਵਧੀਆ ਇਸ ਦੇ ਵਿੱਚ ਲੋਕ ਨਾਚਾਂ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਤਾਂ ਆਪਾਂ ਨੇ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਪੜ੍ਹਨਾ ਹੈ, ਸੁਣਨਾ ਹੈ ਤੇ ਗਿਆਨ ਹਾਸਿਲ ਕਰਨਾ ਹੈ। ਸਭ ਤੋਂ ਪਹਿਲਾਂ ਲੋਕ ਨਾਚ ਕੀ ਹੈ ਇਸ ਦੀ ਗੱਲ ਕਰਾਂਗੇ। ਕਹਿੰਦੇ ਲੋਕ ਨਾਚ ਵੀ ਇੱਕ ਪ੍ਰਕਾਰ ਦੀ ਲੋਕ ਕਲਾ ਹੀ ਹੈ। ਜਿਸ ਤਰ੍ਹਾਂ ਹੋਰ ਕਲਾਵਾਂ ਨੇ ਇਸੇ ਤਰ੍ਹਾਂ ਲੋਕ ਨਾਚ ਵੀ ਇੱਕ ਕਲਾ ਹੀ ਹੈ। ਕਹਿੰਦੇ ਇਹ ਮਨੋਰੰਜਨ ਦਾ ਹੀ ਸਾਧਨ ਨਹੀਂ, ਇਹ ਕਿਸੇ ਖਿੱਤੇ ਮਤਲਬ ਕਿਸੇ ਖੇਤਰ ਦੇ ਜਨ ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਤੇ ਇਤਿਹਾਸਿਕ ਜੀਵਨ ਤੌਰ ਦੀਆਂ ਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਰਾਹੀਂ ਆਪ ਮੁਹਾਰਾ ਪ੍ਰਗਟਾ ਹੈ। ਕਹਿੰਦੇ ਇਹ ਕਿਸੇ ਵੀ ਖੇਤਰ ਦੇ ਲੋਕ ਸਮੂਹ ਦੇ ਸਮਾਜਿਕ ਤੌਰ 'ਤੇ, ਸੱਭਿਆਚਾਰਕ ਤੌਰ ਦੇ ਉੱਤੇ, ਨੈਤਿਕ ਅਤੇ ਧਾਰਮਿਕ ਤੌਰ ਦੇ ਉੱਤੇ ਭਿੰਨ ਕਹਿੰਦੇ ਜੋ ਵਿਸ਼ੇ ਨੇ, ਪਰਤਾਂ ਨੇ, ਉਹਨਾਂ ਨੂੰ ਮੁਦਰਾਵਾਂ ਦੇ ਰਾਹੀਂ ਹੀ ਪ੍ਰਗਟ ਕਰਨਾ ਲੋਕ ਨਾਚ ਹੈ, ਜਿਹੜਾ ਕਿ ਪੁਸ਼ਤ ਦਰ ਪੁਸ਼ਤ ਕੀ ਹੈ ਚੱਲਦਾ ਰਹਿੰਦਾ ਹੈ। ਕਹਿੰਦੇ ਇਸ ਵਿੱਚ ਨਾ ਤਾਂ ਸਮੇਂ, ਸਥਾਨ ਅਤੇ ਨਚਾਰਾਂ ਦੀ ਗਿਣਤੀ ਦੇ ਸੰਬੰਧ ਦੇ ਵਿੱਚ ਕੋਈ ਪਾਬੰਦੀ ਨਹੀਂ ਹੁੰਦੀ ਅਤੇ ਇਸ ਦੇ ਨਾਲ ਸੰਬੰਧਿਤ ਸੰਗੀਤ, ਸਾਜ਼ ਅਤੇ ਵੇਸ਼ਭੂਸ਼ਾ ਮਤਲਬ ਜੋ ਪਹਿਰਾਵਾ ਹੈ ਉਹ ਵੀ ਜਨ ਸਧਾਰਨ ਦੀ ਪਹੁੰਚ ਅਤੇ ਪੱਧਰ ਦੇ ਅਨੁਸਾਰ ਹੀ ਹੁੰਦਾ ਹੈ। ਕਹਿਣ ਦਾ ਮਤਲਬ ਜੋ ਲੋਕ ਨਾਚ ਹੈ ਉਸ ਦੇ ਵਿੱਚ ਜੋ ਸਾਜ਼, ਸੰਗੀਤ ਵਰਤੇ ਜਾਂਦੇ ਨੇ ਉਹ ਲੋਕਾਂ ਦੀ ਪੱਧਰ ਦੇ ਅਨੁਸਾਰ ਹੁੰਦੇ ਨੇ, ਪਹਿਰਾਵਾ ਵੀ ਉਹਨਾਂ ਦੀ ਪੱਧਰ ਦੇ ਅਨੁਸਾਰ ਹੁੰਦਾ ਹੈ, ਮਤਲਬ ਉਸਦਾ ਵਧੀਆ ਤਰੀਕੇ ਦੇ ਨਾਲ, ਆਸਾਨੀ ਦੇ ਨਾਲ ਉਹ ਪ੍ਰਬੰਧ ਕਰ ਸਕਦੇ ਨੇ। ਠੀਕ ਹੈ। ਇਸ ਦੇ ਵਿੱਚ ਨਾ ਤਾਂ ਸਮੇਂ ਦੀ ਤੇ ਨਾ ਹੀ ਸਥਾਨ ਦੀ ਤੇ ਨਾ ਹੀ ਨਚਾਰਾਂ ਦੀ ਗਿਣਤੀ ਦੀ ਕੋਈ ਪਾਬੰਦੀ ਹੁੰਦੀ, ਜਿੰਨੇ ਮਰਜ਼ੀ ਨਾਚ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਕਹਿੰਦੇ ਲੋਕ ਨਾਚਾਂ ਦਾ ਪੰਜਾਬ ਦੇ ਜੀਵਨ ਦੇ ਨਾਲ ਕੀ ਸੰਬੰਧ ਹੈ। ਕਹਿੰਦੇ ਪੰਜਾਬ ਦੇ ਲੋਕ ਨਾਚ ਪੰਜਾਬੀ ਜੀਵਨ ਦਾ ਕੀ ਨੇ ਮਹੱਤਵਪੂਰਨ ਅੰਗ ਨੇ। ਪੰਜਾਬ ਦੇ ਵਿੱਚ 5000 ਪੂਰਵ ਈਸਵੀ ਤੋਂ ਲੋਕ ਨਾਚਾਂ ਦੀ ਪਰੰਪਰਾ ਦੇ ਕੀ ਨੇ ਪ੍ਰਮਾਣ ਮਿਲਦੇ ਨੇ। ਕਹਿਣ ਦਾ ਮਤਲਬ ਇਹ ਜੋ ਪ੍ਰਮਾਣ ਨੇ ਲੋਕ ਨਾਚਾਂ ਦੀ ਪਰੰਪਰਾ ਦੇ, ਇਹ 5000 ਈਸਾ ਪੂਰਵ ਤੋਂ ਮਿਲਦੇ ਨੇ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਬਹੁਤ ਸਾਰੇ ਪਰਿਵਰਤਨ ਆ ਚੁੱਕੇ ਹਨ। ਪਹਿਲਾਂ ਲੋਕ ਹੋਰ ਤਰ੍ਹਾਂ ਦਾ ਮਤਲਬ ਆਪਣੇ ਟਾਈਮ ਦੇ ਅਕੋਰਡਿੰਗ ਇਸ ਦੇ ਵਿੱਚ ਬਦਲਾਅ ਆਉਂਦੇ ਗਏ ਨੇ। ਠੀਕ ਹੈ ਜੀ। ਸੋ ਕਹਿੰਦੇ ਅਨੇਕਾਂ ਤਰ੍ਹਾਂ ਦੀ ਉਥਲ ਪੁਥਲ ਦੇ ਬਾਵਜੂਦ ਵੀ ਇਸ ਧਰਤੀ 'ਤੇ ਲੋਕ ਨਾਚਾਂ ਨੇ ਇੱਥੋਂ ਦੇ ਜਨ ਜੀਵਨ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਕੀ ਹੈ ਧੜਕਣ ਕਾਇਮ ਰੱਖੀ ਹੈ। ਕਹਿੰਦੇ ਪੰਜਾਬ ਦੇ ਸਮੁੱਚੇ ਲੋਕ ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। ਖੁਸ਼ੀ ਦੇ ਹੁਲਾਰੇ ਦੇ ਵਿੱਚ ਮਸਤ ਹੋਏ ਗੱਭਰੂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ ਗੀਤ ਰੂਪਾਂ ਦੀ ਸੁਰ ਤਾਲ ਵਿੱਚ ਢਲ ਕੇ ਜਾਂ ਹੋਰ ਲੋਕਪ੍ਰਿਯ ਸਾਜ਼ ਦੀ ਤਾਲ ਤੇ ਪੰਜਾਬ ਦੇ ਸਮੁੱਚੇ ਨੂੰ ਉਜਾਗਰ ਕਰਦੀ ਹੈ। ਕਹਿੰਦੇ ਵੀ ਖੁਸ਼ੀ ਦੇ ਹੁਲਾਰੇ ਦੇ ਵਿੱਚ ਜਿਹੜੇ ਗੱਭਰੂ ਤੇ ਮੁਟਿਆਰਾਂ ਮਸਤ ਹੋ ਕੇ ਸੁਰ ਤੇ ਤਾਲ ਦੇ ਵਿੱਚ ਢਲ ਕੇ
ਆਪਣੀ ਲੋਕਪ੍ਰਿय ਸਾਜ਼ ਦੀ ਤਾਲ ਦੇ ਉੱਤੇ ਕੀ ਨੇ, ਆਪਣੇ ਜਿਹੜੇ ਹਾਵ ਭਾਵ ਨੇ ਉਹਨਾਂ ਨੂੰ, ਖੁਸ਼ੀ ਨੂੰ ਕੀ ਹੈ, ਉਜਾਗਰ ਕਰਦੇ ਨੇ। ਲੋਕ ਨਾਚਾਂ ਦਾ ਵਰਗੀਕਰਨ ਦੋ ਪੱਧਰ 'ਤੇ ਕੀਤਾ ਜਾਂਦਾ ਹੈ। ਨੰਬਰ 1 ਹੈਗਾ ਇਸਤਰੀਆਂ ਦੇ ਲੋਕ ਨਾਚ, ਨੰਬਰ 2 ਹੈਗਾ ਮਰਦਾਵੇਂ ਲੋਕ ਨਾਚ। ਪੰਜਾਬ ਦੇ ਵਿੱਚ ਇਸਤਰੀਆਂ ਅਤੇ ਮਰਦ ਦੋਨਾਂ ਦੇ ਹੀ ਲੋਕ ਨਾਚ ਨੇ। ਇਸਤਰੀਆਂ ਦੇ ਜਿਹੜੇ ਲੋਕ ਨਾਚ ਨੇ, ਸਭ ਤੋਂ ਪਹਿਲਾਂ ਆਪਾਂ ਇਸਤਰੀਆਂ ਦੇ ਪੜਾਂਗੇ। ਕਹਿੰਦੇ ਇਸਤਰੀਆਂ ਦੇ ਲੋਕ ਨਾਚ, ਠੀਕ ਹੈ ਜੀ। ਕਹਿੰਦੇ ਸਮਾਜਿਕ ਸਥਾਨ, ਪਰੰਪਰਿਕ ਵਿਚਾਰ, ਵਿਸ਼ਵਾਸ, ਮਿੱਥਾਂ, ਰੋਹ ਅਤੇ ਤਿੱਥਾਂ, ਰੋਹ ਰੀਤਾਂ, ਸਰੀਰਕ ਬਣਤਰ ਅਤੇ ਕਾਰਜ ਸਮਰੱਥਾ ਇਸਤਰੀਆਂ ਦੇ ਲੋਕ ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਕਹਿੰਦੇ ਜੋ ਸਮਾਜਿਕ ਸਥਾਨ ਹੁੰਦੇ ਨੇ, ਜੋ ਵੀ ਪਰੰਪਰਿਕ ਵਿਚਾਰ, ਪੁਰਾਣੇ ਵਿਚਾਰ ਨੇ, ਜਾਂ ਕੋਈ ਪੁਰਾਣੇ ਵਿਸ਼ਵਾਸ ਨੇ, ਜਾਂ ਮਿੱਥਾਂ ਨੇ, ਰੋਹ ਰੀਤਾਂ ਨੇ, ਸਰੀਰਕ ਬਣਤਰ ਵੀ ਕਹਿੰਦੇ ਇਸਤਰੀਆਂ ਨੂੰ ਲੋਕ ਨਾਚਾਂ ਦੀ ਜਿਹੜੀ ਪ੍ਰਕਿਰਤੀ ਦੇ ਲਈ ਕੀ ਹੈ, ਨਿਰਧਾਰਿਤ ਕਰਦੇ ਨੇ। ਉਹਨਾਂ ਦੀ ਪ੍ਰਕਿਰਤੀ ਦੇ ਅਨੁਸਾਰ ਲੋਕ ਨਾਚਾਂ ਨੂੰ ਨਿਰਧਾਰਿਤ ਕਰਦੀ ਹੈ। ਕਹਿੰਦੇ ਪੰਜਾਬਣਾਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਮੁਕਾਬਲੇ ਭਾਵੇਂ ਤਕੜੇ ਜੁੱਸੇ ਮਤਲਬ ਤਕੜੇ ਜਿਸਮ ਭਰਵੇਂ ਸਰੀਰ, ਉੱਚੇ ਲੰਮੇ ਕੱਦ ਕਾਠ ਵਾਲੀਆਂ ਹੁੰਦੀਆਂ ਨੇ, ਪਰ ਫਿਰ ਵੀ ਕਹਿੰਦੇ ਜੋ ਇਹਨਾਂ ਦੇ ਨਾਚ ਦੇ ਵਿੱਚ ਕੋਮਲਤਾ, ਸੁਹਜ, ਸਾਦਗੀ, ਰਵਾਨਗੀ ਤੇ ਲਚਕ ਦੇ ਨਾਲ ਇਹ ਭਰਪੂਰ ਨੇ। ਕੋਈ ਵੀ ਮੰਗਲ ਕਾਰਜ ਇਸਤਰੀਆਂ ਦੇ ਲੋਕ ਨਾਚਾਂ ਤੋਂ ਕੀ ਹੈ, ਸਖਣਾ ਨਹੀਂ ਰਹਿੰਦਾ। ਕਹਿੰਦੇ ਇਹ ਲੋਕ ਨਾਚ ਸਧਾਰਨ ਲੋਕ ਸਾਜ਼, ਪਹਿਰਾਵੇ ਅਤੇ ਲੋਕ ਤਾਂ ਬਿਨਾਂ ਕਿਸੇ ਕਰੜੇ ਨਿਯਮਾਵਲੀ ਤੋਂ ਕਿਸੇ ਸਰਬ ਸਾਂਝੀ ਥਾਂ 'ਤੇ ਵੀ ਪੇਸ਼ ਕੀਤੇ ਜਾ ਸਕਦੇ ਹਨ। ਕਹਿਣ ਦਾ ਮਤਲਬ ਇਸ ਵਿੱਚ ਕੋਈ ਕਰੜੇ ਨਿਯਮ ਨਹੀਂ ਹੁੰਦੇ, ਕਿਸੇ ਸਾਂਝੀ ਥਾਂ ਦੇ ਉੱਤੇ ਵੀ ਇਹਨਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੇ ਦੁਆਰਾ ਪੇਸ਼ ਕੀਤੀਆਂ ਗਈਆਂ ਭਿੰਨ ਭਿੰਨ ਮੁਦਰਾਵਾਂ ਸਹਿਜ ਭਾਵ ਦੇ ਨਾਲ ਸੱਭਿਆਚਾਰ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਬੋਲ ਦੇ ਉਚਾਰ ਮਤਲਬ ਬੋਲੀ ਪਾਉਣ ਦੇ ਨਾਲ ਜੋ ਸਰੀਰਕ ਅੰਗਾਂ ਦੇ ਦੁਆਰਾ ਆਪਣੀਆਂ ਮੁਦਰਾਵਾਂ ਅਸੀਂ ਮਤਲਬ ਪੇਸ਼ ਕੀਤੀਆਂ ਜਾਂਦੀਆਂ ਨੇ ਲੋਕ ਨਾਚ ਦੇ ਵਿੱਚ, ਉਹੀ ਕਹਿੰਦੇ ਫਿਰ ਕੀ ਹੈ, ਸੱਭਿਆਚਾਰ ਦਾ ਪ੍ਰਗਟਾਵਾ ਬਣ ਜਾਂਦੀਆਂ ਨੇ। ਕਹਿੰਦੇ ਮੂਲ ਰੂਪ ਦੇ ਵਿੱਚ ਇਸਤਰੀ ਲੋਕ ਨਾਚਾਂ ਦਾ ਸੰਬੰਧ ਉਪਜਾਇਕਤਾ ਦੇ ਨਾਲ ਜਾ ਜੁੜਦਾ ਹੈ। ਪੰਜਾਬ ਦੀਆਂ ਇਸਤਰੀਆਂ ਦੇ ਪ੍ਰਸਿੱਧ ਲੋਕ ਨਾਚ ਕਹਿੰਦੇ ਇਸ ਪ੍ਰਕਾਰ ਹੈ। ਸਭ ਤੋਂ ਪਹਿਲਾਂ ਹੈਗਾ ਗਿੱਧਾ। ਕਹਿੰਦੇ ਗਿੱਧਾ ਪੰਜਾਬ ਦੀਆਂ ਇਸਤਰੀਆਂ ਦੇ ਚਾਅ, ਉਮੰਗਾਂ, ਬਲਬਲਿਆਂ, ਉਲਾਸ ਭਾਵਾਂ, ਕਹਿੰਦੇ ਗਿੱਧਾ ਪੰਜਾਬ ਦੀ ਇਸਤਰੀ ਦੇ ਜਿਹੜੇ ਚਾਅ ਨੇ, ਉਹਨਾਂ ਦੀ ਉਮੰਗ ਜਾਂ ਇੱਛਾਵਾਂ, ਉਹਨਾਂ ਦੇ ਬਲਬਲੇ ਮਤਲਬ ਜਜ਼ਬਾਤ, ਉਲਾਸ ਭਰੇ ਪ੍ਰਗਟਾਵਾਂ ਨੂੰ ਪ੍ਰਗਟ ਕਰਨ ਵਾਲਾ ਲੋਕ ਨਾਚ ਹੈ। ਕਹਿਣ ਦਾ ਮਤਲਬ ਗਿੱਧੇ ਵਿੱਚ ਜੋ ਬੋਲੀਆਂ ਪਾਈਆਂ ਜਾਂਦੀਆਂ ਨੇ ਉਹ ਰਿਸ਼ਤਿਆਂ ਨਾਤਿਆਂ ਦੇ ਨਾਲ ਵੀ ਸੰਬੰਧਿਤ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਉਹ ਆਪਣੇ ਹਾਵ ਭਾਵਾਂ ਨੂੰ ਪ੍ਰਗਟਾ ਸਕਦੀਆਂ ਨੇ। ਜਿਵੇਂ ਕੋਈ ਸੱਸ ਦੇ ਉੱਤੇ ਬੋਲੀ ਆ ਗਈ, ਕੋਈ ਦਿਓਰ ਦੇ ਉੱਤੇ ਆ ਗਈ, ਕੋਈ ਜੇਠ ਦੇ ਉੱਤੇ ਆ ਗਈ, ਕੋਈ ਜਠਾਣੀ ਦੇ ਉੱਤੇ ਆ ਗਈ, ਉਹਨਾਂ ਦੇ ਨਾਲ ਸੰਬੰਧਿਤ ਜੋ ਭਾਵ ਪ੍ਰਗਟ ਕਰ ਸਕਦੀਆਂ ਨੇ। ਕਹਿੰਦੇ ਅਸਲ ਦੇ ਵਿੱਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੀਆਂ ਇਸਤਰੀਆਂ ਤਾਲੀ ਮਾਰਦੀਆਂ ਹਨ ਤੇ ਤਾਲੀ ਦਾ ਵਹਾਅ ਲੋਕ ਗੀਤਾਂ ਦੇ ਮੁੱਖ ਰੂਪ ਬੋਲੀਆਂ ਅਤੇ ਟੱਪਿਆਂ ਦੇ ਨਾਲ ਚੱਲਦਾ ਹੈ। ਆਪਾਂ ਸਭ ਨੂੰ ਪਤਾ ਹੀ ਕਿ ਗਿੱਧੇ ਦੇ ਵਿੱਚ ਬੋਲੀ ਦੇ ਨਾਲ ਹੀ ਜੋ ਗਿੱਧਾ ਜੱਚਦਾ ਹੈ, ਤਾੜੀ ਦੇ ਨਾਲ ਗਿੱਧਾ ਜੱਚਦਾ ਹੈ। ਕਹਿੰਦੇ ਇਹਨਾਂ ਟੱਪਿਆਂ ਅਤੇ ਬੋਲੀਆਂ ਦੇ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ ਮੁਦਰਾਵਾਂ ਦੇ ਦੁਆਰਾ ਹੀ ਪੇਸ਼ ਕੀਤਾ ਜਾਂਦਾ ਹੈ ਤੇ ਗਿੱਧੇ ਦੀ ਤਾਲੀ ਅਤੇ ਬੋਲ ਦੀ ਇਕਸੁਰਤਾ ਕਾਇਮ ਰੱਖਣ ਦੇ ਲਈ ਬੱਲੇ ਬੱਲੇ, ਬਈ ਸ਼ਾਵਾ ਸ਼ਾਵਾ ਆਦਿ ਸ਼ਬਦਾਂ ਨੂੰ ਲਮਕਾਵੀ ਸੁਰ ਦੇ ਨਾਲ ਕੀ ਹੈ, ਜੋੜ ਲਿਆ ਜਾਂਦਾ ਹੈ। ਸੋ ਇਸ ਤਰ੍ਹਾਂ ਕਹਿੰਦੇ ਪੰਜਾਬਣ ਆਪਣੇ ਹਰ ਪ੍ਰਕਾਰ ਦੇ ਕਾਰ ਵਿਵਹਾਰ ਦੇ ਵਿੱਚ ਗਿੱਧੇ ਵਾਸਤੇ ਜਿਹੜੇ ਮੌਕੇ ਨੇ ਉਹ ਸਿਰਜ ਹੀ ਲੈਂਦੀਆਂ ਨੇ। ਕਹਿਣ ਦਾ ਮਤਲਬ ਕੋਈ ਵੀ ਕੰਮ ਹੋਵੇ, ਕੋਈ ਵੀ ਘਰ ਦੇ ਵਿੱਚ ਪ੍ਰੋਗਰਾਮ ਹੋਵੇ ਤਾਂ ਉਹ ਗਿੱਧੇ ਵਾਸਤੇ ਮੌਕਾ ਬਣਾ ਹੀ ਲੈਂਦੀਆਂ ਹਨ। ਰੁੱਤ, ਮੇਲਿਆਂ, ਤਿੱਥਾਂ, ਤਿਉਹਾਰਾਂ ਤੋਂ ਛੁੱਟ, ਤ੍ਰਿੰਝਣਾਂ ਤੋਂ ਵੇਲੀਆਂ ਹੋ ਕੇ, ਸਾਉਣ ਦੇ ਮਹੀਨੇ, ਤੀਆਂ ਦੇ ਮੌਕੇ, ਬੱਚੇ ਦੇ ਜਨਮ 'ਤੇ, ਮੰਗਣੀ ਦੇ ਸਮੇਂ, ਵਿਆਹ ਦੇ ਸਮੇਂ, ਜਾਗੋ ਕੱਢਣ ਵੇਲੇ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ 'ਤੇ ਉਹ ਇਕੱਠੀਆਂ ਹੋ ਕੇ ਕੀ ਨੇ ਅਜਿਹਾ ਸ਼ੌਂਕ ਜਿਹੜਾ ਉਹ ਪੂਰਾ ਕਰ ਲੈਂਦੀਆਂ ਨੇ। ਕਹਿੰਦੇ ਘਰ ਦਾ ਵਿਹੜਾ, ਖੁੱਲ੍ਹੀ ਛੱਤ ਜਾਂ ਖੁੱਲ੍ਹਾ ਕਮਰਾ, ਖੇਤ ਜਾਂ ਮੈਦਾਨ, ਇਹ ਸਭ ਗਿੱਧੇ ਦੇ ਲਈ ਕੀ ਨੇ, ਢੁਕਵੀਆਂ ਥਾਵਾਂ ਨੇ। ਕਹਿੰਦੇ ਧਰਮ, ਫਿਰਕੇ ਅਤੇ ਜਾਤ ਪਾਤ ਦੀ ਇਸ ਦੇ ਵਿੱਚ ਕੋਈ ਥਾਂ ਨਹੀਂ ਹੁੰਦੀ। ਕਹਿਣ ਦਾ ਮਤਲਬ ਇਸ ਵਿੱਚ ਕੋਈ ਜਾਤ ਪਾਤ ਦਾ ਧਿਆਨ ਨਹੀਂ ਰੱਖਿਆ ਜਾਂਦਾ,
ਨਾ ਕੋਈ ਫਿਰਕੇ ਦਾ ਧਿਆਨ ਰੱਖਿਆ ਜਾਂਦਾ, ਨਾ ਕਿਸੇ ਧਰਮ ਦਾ। ਬਿਨਾਂ ਕਿਸੇ ਜਾਤ ਪਾਤ, ਕਿਸੇ ਧਰਮ ਤੋਂ ਗਿੱਧਾ ਹੈ ਜੋ ਉਹ ਕੀਤਾ ਜਾਂਦਾ ਹੈ। ਕਹਿੰਦੇ ਗਿੱਧੇ ਦੇ ਪਿੜ ਦੇ ਵਿੱਚ ਕੀ ਹੈ, ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਦੂਜੀਆਂ ਉਸਦੇ ਸਾਥ ਦੇ ਨਾਲ ਹੀ ਆਵਾਜ਼ ਚੁੱਕਦੀਆਂ ਨੇ, ਤੇ ਨਾਲ ਹੀ ਦੋ ਮੁਟਿਆਰਾਂ ਦਾ ਇਕਜੁੱਟ ਬੋਲੀ ਦੇ ਹਾਵਾਂ ਭਾਵਾਂ ਨੂੰ ਪ੍ਰਗਟਾਉਂਦਾ, ਮੁਦਰਾਵਾਂ ਕਰਦਾ, ਘੇਰੇ ਦੇ ਵਿਚਕਾਰ ਆਪਣਾ ਕੀ ਹੈ ਪ੍ਰਦਰਸ਼ਨ ਕਰਦਾ ਹੈ। ਗਿੱਧੇ ਦੀ ਗਤੀ ਧੀਮੀ ਪੈਣ ਤੇ ਇਸ ਨੂੰ ਹੋਰ ਤੀਬਰ ਕਰਨ ਦੇ ਲਈ ਫਿਰ ਕੀ ਹੈ ਬੋਲੀਆਂ ਦਾ ਉਚਾਰ ਕਰ ਲਿਆ ਜਾਂਦਾ ਹੈ। ਕਹਿਣ ਤੋਂ ਜਦੋਂ ਲੱਗਦਾ ਕਿ ਗਿੱਧੇ ਦੀ ਚਾਲ ਮੱਠੀ ਪੈਣ ਲੱਗ ਰਹੀ ਹੈ ਤਾਂ ਜੋ ਬੋਲੀਆਂ ਨੇ ਉਸ ਨੂੰ ਹੋਰ ਵੀ ਤੀਬਰ ਕਰਨ ਦੇ ਲਈ ਬੋਲੀਆਂ ਦਾ ਜੋ ਉਚਾਰ ਹੈ ਤੇਜ਼ ਕਰ ਲਿਆ ਜਾਂਦਾ ਹੈ। ਕਹਿੰਦੇ ਗਿੱਧੇ ਦੀਆਂ ਮੁਦਰਾਵਾਂ ਸੀਮਿਤ ਨਹੀਂ ਕੀਤੀਆਂ ਜਾ ਸਕਦੀਆਂ। ਜੋ ਮਤਲਬ ਗਿੱਧੇ ਦੇ ਸਟੈਪ ਨੇ ਉਹ ਕੋਈ ਲਿਮਟਡ ਨਹੀਂ ਹੈਗੇ, ਸੀਮਿਤ ਨਹੀਂ ਹੈਗੇ, ਕਿਸੇ ਵੀ ਤਰ੍ਹਾਂ ਜੋ ਮੁਦਰਾਵਾਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ। ਮੁੱਖ ਤੌਰ 'ਤੇ ਕਹਿੰਦੇ ਇਹ ਪੈਰਾਂ ਦੀ ਥਾਪ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲਾਂ ਰਾਹੀਂ ਵੱਖ-ਵੱਖ ਆਵਾਜ਼ਾਂ ਕੱਢ ਕੇ, ਕਿਸੇ ਦੀ ਨਕਲ ਲਾ ਕੇ, ਲੜਾਈ ਦਾ ਦ੍ਰਿਸ਼ ਸਿਰਜ ਕੇ, ਧਰਤੀ 'ਤੇ ਬੈਠ ਕੇ, ਸਰੀਰ ਨੂੰ ਹੁਲਾਰਾ ਦੇ ਕੇ ਵੀ ਅਤੇ ਜੁਗਤਾਂ ਰਾਹੀਂ ਵੀ ਪੇਸ਼ ਕੀਤੀਆਂ ਜਾ ਸਕਦੀਆਂ ਨੇ। ਕਹਿੰਦੇ ਹਰ ਟੱਪੇ ਜਾਂ ਬੋਲੀ ਦੇ ਉਚਾਰ ਦੇ ਵਿੱਚੋਂ ਨਵੀਂ ਨਿਭਾਓ ਵਾਲੀ ਪਰਿਸਥਿਤੀ ਪੈਦਾ ਹੁੰਦੀ ਹੈ, ਵੀ ਕੁਛ ਵੀ ਨਵਾਂ, ਹਰ ਇੱਕ ਬੋਲੀ ਦੇ ਵਿੱਚ ਕੁਛ ਵੀ ਨਵਾਂ ਕਰਨ ਦੀ ਜੋ ਸਥਿਤੀ ਪੈਦਾ ਹੁੰਦੀ ਹੈ, ਜਿਸ ਨੂੰ ਪੇਸ਼ ਕਰਨ ਦੇ ਲਈ ਮੌਕੇ ਦੇ ਅਨੁਸਾਰ ਮੁਦਰਾਵਾਂ ਨੂੰ ਨਵਾਂ ਸਿਰਜ ਲਿਆ ਜਾਂਦਾ ਹੈ। ਸੋ ਇਸ ਪ੍ਰਕਾਰ ਗਿੱਧਾ ਰਾਗ ਅਤੇ ਤਾਲ ਦੇ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ। ਕਹਿੰਦੇ ਇਸ ਦੇ ਵਿੱਚ ਰਾਗ ਤੇ ਤਾਲ ਦੇ ਪੱਖ ਤੋਂ ਪੂਰੀ ਸੁਤੰਤਰਤਾ ਹੈ। ਇਹ ਸਾਜ਼ਾਂ ਦਾ ਮੁਹਤਾਜ ਨਹੀਂ ਹੈ। ਕਹਿੰਦੇ ਭਾਵੇਂ ਅੱਜ ਕੱਲ੍ਹ ਢੋਲਕੀ ਦੀ ਵਰਤੋਂ ਵੀ ਆਮ ਹੋਣ ਲੱਗ ਪਈ ਹੈ ਤੇ ਮੂੰਹ ਰਾਹੀਂ ਫੂ ਕਰਕੇ, ਬੱਲੇ ਬੱਲੇ ਕਰਕੇ, ਅੱਡੀਆਂ ਜ਼ਮੀਨ 'ਤੇ ਮਾਰ ਕੇ ਜਾਂ ਕਿਲਕਾਰੀ ਮਾਰ ਕੇ ਜ਼ੋਰਦਾਰ ਤਾੜੀਆਂ ਦੀ ਆਵਾਜ਼ ਦੀ ਸੰਗਤ ਦੇ ਵਿੱਚ ਹੀ ਸਾਜ਼ਾਂ ਜਿਹੜੀਆਂ ਧੁਨੀਆਂ ਨੇ ਉਹ ਪੈਦਾ ਕਰ ਲਈਆਂ ਜਾਂਦੀਆਂ ਨੇ। ਕਹਿਣ ਦਾ ਮਤਲਬ ਮੂੰਹ ਦੇ ਰਾਹੀਂ ਆਵਾਜ਼ ਕੱਢ ਕੇ ਜਾਂ ਹੋਰ ਬੱਲੇ ਬੱਲੇ ਕਰਕੇ ਵੀ ਇਸ ਨੂੰ ਵਧੀਆ ਬਣਾਇਆ ਜਾ ਸਕਦਾ। ਜ਼ਰੂਰੀ ਨਹੀਂ ਕਿ ਇਸ ਦੇ ਵਿੱਚ ਸਾਜ਼ ਵਰਤਣੇ ਚਾਹੀਦੇ ਨੇ। ਇਸ ਲਈ ਕਿਹਾ ਕਿ ਗਿੱਧਾ ਰਾਗ ਅਤੇ ਤਾਲ ਦੇ ਪੱਖ ਤੋਂ ਕੀ ਹੈ ਸੁਤੰਤਰਤਾ ਦਾ ਧਾਰਨੀ ਹੈ। ਜਿਵੇਂ ਆਪਾਂ ਇੱਕ ਦੇਖੋ ਇਸ ਵੱਖ-ਵੱਖ ਮੌਕਿਆਂ ਦੇ ਨਾਲ ਕੁਝ ਬੋਲੀਆਂ ਨੇ। ਸਭ ਤੋਂ ਪਹਿਲੀ ਬੋਲੀ ਹੈ, ਕਹਿੰਦੇ ਸੌਣ ਮਹੀਨਾ ਦਿਨ ਗਿੱਧੇ ਵਿੱਚ ਸਭੇ ਸਹੇਲੀਆਂ ਆਈਆਂ, ਭਿੱਜ ਗਈ ਰੂਹ ਮਿੱਤਰਾਂ ਸ਼ਾਮ ਘਟਾ ਚੜ ਆਈਆਂ। ਦੂਜੀ ਬੋਲੀ ਹੈ, ਵੇ ਗੁਰਦਿੱਤ ਦੇ ਭਾਈਆ ਹਾਂਜੀ, ਵੇ ਦੋ ਖਟੇ ਲਿਆ ਦੇ ਹਾਂਜੀ, ਵੇ ਮੇਰੇ ਪੀੜ ਕਲੇਜੇ ਹਾਂਜੀ, ਵੇ ਮੈਂ ਮਰਦੀ ਜਾਵਾਂ ਹਾਂਜੀ, ਵੇ ਤੇਰੀ ਸੜ ਜੇ ਹਾਂਜੀ ਹਾਂਜੀ। ਸੋ ਇਸ ਪ੍ਰਕਾਰ ਕਹਿੰਦੇ ਇਹ ਵੱਖ-ਵੱਖ ਮੌਕਿਆਂ ਦੇ ਉੱਤੇ ਸਿਰਜੀਆਂ ਗਈਆਂ ਕੀ ਨੇ ਬੋਲੀਆਂ ਨੇ। ਪਹਿਲੀ ਬੋਲੀ ਸੌਣ ਦੇ ਨਾਲ ਸੰਬੰਧਿਤ ਹੈ, ਦੂਜੀ ਉਸ ਔਰਤ ਦੀ ਸਥਿਤੀ ਦੇ ਨਾਲ ਸੰਬੰਧਿਤ ਹੈ ਜੋ ਕਿ ਖੱਟਾ ਮੰਗ ਰਹੀ ਹੈ। ਸੋ ਇਸ ਤਰ੍ਹਾਂ ਮੁਟਿਆਰਾਂ ਕੋਲੋਂ ਨਾ ਤਾਂ ਬੋਲੀਆਂ ਮੁੱਕਦੀਆਂ ਨੇ, ਨਾ ਹੀ ਉਹ ਥੱਕਦੀਆਂ ਨੇ। ਇਸ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰ ਤਾਜ ਕੀ ਹੈ ਲੋਕ ਨਾਚ ਮੰਨਿਆ ਗਿਆ। ਮਤਲਬ ਸਭ ਤੋਂ ਉੱਪਰ ਦਾ ਨਾਚ, ਨੰਬਰ 1 ਦੇ ਉੱਤੇ ਸਿਰ ਦਾ ਤਾਜ ਜੋ ਲੋਕ ਨਾਚ ਹੈ ਉਹ ਗਿੱਧੇ ਨੂੰ ਪੰਜਾਬ ਦੇ ਵਿੱਚ ਮੰਨਿਆ ਗਿਆ ਹੈ। ਸੰਮੀ ਦੂਜਾ ਲੋਕ ਨਾਚ ਹੈ। ਸੰਮੀ ਦੇ ਬਾਰੇ ਵੀ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ। ਕਹਿੰਦੇ ਇਹ ਇਸਤਰੀਆਂ ਦੇ ਲੋਕ ਨਾਚਾਂ ਵਿੱਚੋਂ ਇੱਕ ਹੈ। ਇਹ ਲੋਕ ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ ਦੀਆਂ 12 ਦੇ ਇਲਾਕਿਆਂ ਵਿੱਚ ਪ੍ਰਚਲਿਤ ਸੀ। ਕਹਿਣ ਦਾ ਮਤਲਬ ਜਦੋਂ ਹਜੇ ਭਾਰਤ ਪਾਕਿਸਤਾਨ ਨਹੀਂ ਸੀ ਬਣਿਆ, ਪੰਜਾਬ ਦੀ ਵੰਡ ਨਹੀਂ ਸੀ ਹੋਈ, ਤਾਂ ਕਹਿੰਦੇ ਪੱਛਮੀ ਭਾਗ ਮਤਲਬ ਪਾਕਿਸਤਾਨ ਦੇ ਵਿੱਚ ਜੋ ਬਾਹਰ ਇਲਾਕਾ ਹੈ ਉਸ ਦੇ ਵਿੱਚ ਇਹ ਪ੍ਰਚਲਿਤ ਰਿਹਾ ਹੈ। ਸੰਮੀ ਲੋਕ ਨਾਚ ਦੇ ਜਨਮ ਅਤੇ ਪ੍ਰਫੁੱਲਿਤ ਹੋਣ ਸੰਬੰਧੀ ਕਈ ਧਾਰਨਾਵਾਂ ਨੇ ਤੇ ਦੰਦ ਕਥਾਵਾਂ ਵੀ ਪ੍ਰਚਲਿਤ ਹਨ। ਕਹਿੰਦੇ ਇੱਕ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰਖਤ ਦੀ ਲੱਕੜ ਦੀ ਅੱਗ ਬਾਲ ਕੇ ਉਸਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਮ ਵੀ ਸੰਮੀ ਪੈ ਗਿਆ। ਦੂਜੀ ਧਾਰਨਾ ਉਸ ਦੰਤ ਕਥਾ ਤੇ ਆਧਾਰਿਤ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਅਪਸਰਾ ਵਰਗੀ ਬਣਨ ਦੀ ਚਾਹਵਾਨ ਸੰਮੀ ਨਾਮਕ ਕੁੜੀ ਦੇ ਬਾਰ-ਬਾਰ ਨੱਚਣ ਕਾਰਨ ਵੀ ਇਸਦਾ ਨਾਮ ਪੈ ਗਿਆ ਹੈ। ਤੀਜੀ ਧਾਰਨਾ ਦੇ ਅਨੁਸਾਰ ਕਹਿੰਦੇ ਢੋਲੇ ਦੀ ਪ੍ਰੀਤ ਵਿੱਚ ਨੱਚ ਕੇ, ਢੋਲੇ ਮਤਲਬ ਆਪਣੇ ਪ੍ਰੇਮੀ ਦੀ ਪ੍ਰੀਤ ਦੇ ਵਿੱਚ ਨੱਚ ਕੇ ਫਾਬੀ ਹੋਣ ਵਾਲੀ ਉਸਦੀ ਪ੍ਰੇਮਿਕਾ ਸੰਮੀ ਦੇ ਨਾਮ ਤੇ ਵੀ ਇਸਦਾ ਨਾਮ ਸੰਮੀ ਪੈ ਗਿਆ ਹੈ। ਕਹਿੰਦੇ ਇਸ ਤਰ੍ਹਾਂ ਹੋਰ ਵੀ ਕਈ ਕਥਾ ਬਿਰਤਾਂਤ ਨੇ ਜੋ ਮਿਲਦੇ ਨੇ। ਕਹਿੰਦੇ ਸੰਮੀ ਲੋਕ ਨਾਚ ਦੀ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਇਹ ਗਿੱਧੇ ਦੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ, ਪਰ ਇਸ ਦੀਆਂ ਮੁਦਰਾਵਾਂ ਗਿੱਧੇ ਨਾਲੋਂ ਭਿੰਨ ਹੁੰਦੀਆਂ ਨੇ। ਗਿੱਧੇ ਦੀਆਂ ਮੁਦਰਾਵਾਂ ਬੱਜਵੀਆਂ ਹੁੰਦੀਆਂ ਨੇ, ਪਰ ਸੰਮੀ ਨਾਚ ਦੇ ਵਿੱਚ ਮੁਦਰਾਵਾਂ ਸਥਾਨਕ ਭੇਦ ਸਦਕਾ
ਬੱਝਵੀਆਂ ਨਹੀਂ ਹੁੰਦੀਆਂ। ਕਹਿੰਦੇ ਸੰਮੀ ਲੋਕ ਨਾਚ ਦੇ ਵਿੱਚ ਇਸਤਰੀਆਂ ਕੁਝ ਖਲੋ ਕੇ ਉੱਪਰ ਬਾਹਾਂ ਕਰਦੀਆਂ ਹਨ ਅਤੇ ਫਿਰ ਕਿਸੇ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਇਹ ਬੋਲ ਅਲਾਪਦੀਆਂ ਹਨ, ਜਿਵੇਂ ਕਿ ਦਿੱਤੀਆਂ ਹੋਈਆਂ ਨੇ ਲਾਈਨਾਂ। ਕਹਿੰਦੇ ਖਲੀ ਦੇਨੀ ਏ ਸੁਨੇੜਾ, ਖਲੀ ਦੇਨੀ ਏ ਸੁਨੇੜਾ, ਇਸ ਬਟੇਰੇ ਨੂੰ ਅੱਲਾ ਖੈਰ ਸੁਣਾਵੇ ਸੱਜਣ ਮੇਰੇ ਨੂੰ, ਅੱਲਾ ਖੈਰ ਸੁਣਾਵੇ ਸੱਜਣ ਮੇਰੇ ਨੂੰ। ਕਹਿੰਦੇ ਇਸ ਤਰ੍ਹਾਂ ਤਿੱਤਰਾਂ ਕਾਵਾਂ ਰਾਹੀਂ ਸੁਨੇਹੜੇ ਭੇਜਣ ਦੀਆਂ ਮੁਦਰਾਵਾਂ ਦਾ ਜੋ ਸੰਚਾਰ ਉਹ ਕੀਤਾ ਜਾਂਦਾ, ਮਤਲਬ ਇਸ ਤਰ੍ਹਾਂ ਦੇ ਜੋ ਸਟੈਪ ਨੇ ਉਹ ਵਰਤੇ ਜਾਂਦੇ ਨੇ ਜਿਸ ਤਰ੍ਹਾਂ ਉਹ ਸੁਨੇਹੇ ਦੇ ਰਹੀਆਂ ਹੋਣ। ਕਹਿੰਦੇ ਨਚਾਰਾਂ ਨੂੰ ਨੱਚਦੇ ਸਮੇਂ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਕੋਈ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਤਾੜੀਆਂ ਜੋ ਬਾਹਾਂ ਨੂੰ ਉੱਪਰ ਅਤੇ ਹੇਠਾਂ ਸਾਜ਼ ਕਰਕੇ ਮਾਰੀਆਂ ਜਾਂਦੀਆਂ ਹਨ, ਉਸ ਤੋਂ ਛੁੱਟ ਚੁਟਕੀਆਂ ਅਤੇ ਪੈਰਾਂ ਦੀ ਥਾਪ ਆਦਿ ਦੇ ਨਾਲ ਵੀ ਤਾਲ ਨੇ ਜੋ ਉਹ ਸਿਰਜ ਲੈਂਦੀਆਂ ਨੇ। ਕਹਿੰਦੇ ਗਿੱਧੇ ਦੇ ਵਾਂਗ ਇਹ ਨਾਚ ਵੀ ਵੇਖਾ ਵੇਖੀ ਸਹਿਜ ਸੁਭਾਵਿਕ ਕਹਿੰਦੇ ਗਿੱਧੇ ਦੇ ਵਾਂਗ ਇਹ ਨਾਚ ਵੀ ਵੇਖਾ ਵੇਖੀ ਸਹਿਜ ਸੁਭਾਵਿਕ ਨੱਚਣਾ ਆ ਜਾਂਦਾ ਹੈ। ਇਸ ਨਾਚ ਦੀ ਕਹਿੰਦੇ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਵਧੇਰੇ ਕਰਕੇ ਬਾਹਾਂ ਦੇ ਹਿਲੋਰਿਆਂ ਤੇ ਹੀ ਆਧਾਰਿਤ ਹੈ। ਮੁਦਰਾਵਾਂ ਦੇ ਸਥਾਨਕ ਭੇਦਾਂ ਤੋਂ ਇਲਾਵਾ ਇਸ ਨਾਚ ਦੀਆਂ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਵੀ ਨੇ, ਜਿਵੇਂ ਘੇਰੇ ਵਿੱਚ ਖਲੋਤੀਆਂ ਮੁਟਿਆਰਾਂ ਪਹਿਲਾਂ ਆਪਣੇ ਦੋਹਾਂ ਹੱਥਾਂ ਨੂੰ ਪਾਸਿਆਂ ਤੋਂ ਘੁਮਾਉਂਦੀਆਂ ਨੇ ਤੇ ਛਾਤੀ ਦੇ ਕੋਲ ਲਿਆ ਕੇ ਤਾੜੀ ਮਾਰਦੀਆਂ ਨੇ, ਫਿਰ ਸੱਜੀ ਬਾਂਹ ਨੂੰ ਲਹਿਰ ਵਾਂਗ ਉਲਾਰ ਕੇ ਤੇ ਖੱਬੀ ਬਾਂਹ ਨੂੰ ਹੇਠਾਂ ਵੱਲ ਲਟਕਾ ਕੇ ਅਦਾ ਨਾਲ ਚੁਟਕੀਆਂ ਮਾਰਦੀਆਂ ਨੇ। ਇਹ ਸੰਮੀ ਦੇ ਸਟੈਪਸ ਨੇ ਵੀ, ਠੀਕ ਹੈ, ਵੀ ਕਿਸ ਤਰ੍ਹਾਂ ਜੋ ਸੰਮੀ ਹੈ ਉਹ ਨੱਚੀ ਜਾਂਦੀ ਹੈ। ਸੰਮੀ ਦਾ ਜੋ ਨਾਚ ਉਹ ਕਿਸ ਤਰ੍ਹਾਂ ਨੱਚਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਕੀ ਹੈ, ਮੁਟਿਆਰਾਂ ਘੇਰੇ ਦੇ ਵਿੱਚ ਖਲੋਤੀਆਂ ਹੁੰਦੀਆਂ ਨੇ, ਦੋਹਾਂ ਪਾਸਿਆਂ ਤੋਂ ਘੁਮਾਉਂਦੀਆਂ ਨੇ, ਫਿਰ ਛਾਤੀ ਦੇ ਕੋਲ ਲਿਆ ਕੇ ਤਾੜੀ ਮਾਰਦੀਆਂ ਨੇ, ਫਿਰ ਸੱਜੀ ਬਾਂਹ ਨੂੰ ਲਹਿਰ ਦੇ ਵਾਂਗ ਉਲਾਰ ਕੇ ਖੱਬੀ ਬਾਂਹ ਹੇਠਾਂ ਵੱਲ ਲਟਕਾ ਕੇ ਅਦਾ ਦੇ ਨਾਲ ਚੁਟਕੀਆਂ ਮਾਰਦੀਆਂ ਨੇ, ਫਿਰ ਇਸ ਦੇ ਉਲਟ ਖੱਬੀ ਬਾਂਹ ਉੱਪਰ ਲਹਿਰਾ ਕੇ ਤੇ ਸੱਜੀ ਬਾਂਹ ਹੇਠਾਂ ਨੂੰ ਲਟਕਾ ਕੇ ਚੁਟਕੀਆਂ ਮਾਰਦੀਆਂ ਨੇ। ਕਹਿੰਦੇ ਹਰ ਹੁਲਾਰੇ ਦੇ ਨਾਲ ਉਹ ਆਪਣੇ ਲੱਕ ਨੂੰ ਇੱਕ ਟੁੰਬ ਵੀ ਲਚਕ ਦਿੰਦੀਆਂ ਨੇ। ਇਸ ਪਿੱਛੋਂ ਉਹ ਅੱਗੇ ਵੱਲ ਨੂੰ ਝੁੱਕ ਕੇ ਤਾੜੀ ਮਾਰਦੀਆਂ ਨੇ ਤੇ ਗੋਲ ਦਾਇਰੇ ਦੇ ਵਿੱਚ ਘੁੰਮਦੀਆਂ ਹੋਈਆਂ ਅਗਾਂਹ ਵਧਦੀਆਂ ਜਾਂਦੀਆਂ ਨੇ। ਕਹਿੰਦੇ ਇਸ ਵਿੱਚ ਨਮਸਕਾਰ ਦੀ ਮੁਦਰਾ ਤਾਂ ਕਮਾਲ ਦੀ ਹੀ ਹੁੰਦੀ ਹੈ। ਸੰਮੀ ਲੋਕ ਨਾਚ ਇੱਕ ਪ੍ਰਚਲਿਤ ਗੀਤਾਂ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ। ਅਗਲਾ ਜੋ ਨਾਚ ਹੈ ਉਹ ਹੈ ਕਿੱਕਲੀ। ਕਹਿੰਦੇ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ ਨਾਚ ਹੈ। ਦੂਜੇ ਲੋਕ ਨਾਚਾਂ ਦੇ ਵਿੱਚ ਇਸ ਦੀ ਵੱਖਰੀ ਪਛਾਣ ਹੈ। ਛੋਟੀਆਂ ਕੁੜੀਆਂ ਕਹਿੰਦੇ ਇਸ ਨਾਚ ਨੂੰ ਜ਼ਿਆਦਾ ਨੱਚਦੀਆਂ ਨੇ ਜੋ ਕਿੱਕਲੀ ਹੈ। ਕਹਿੰਦੇ ਇਸ ਲੋਕ ਨਾਚ ਨੂੰ ਇਸਤਰੀਆਂ ਗਿੱਧੇ ਜਾਂ ਹੋਰ ਲੋਕ ਨਾਚਾਂ ਦੇ ਜਾਂ ਤਾਂ ਆਰੰਭ ਦੇ ਵਿੱਚ ਜਾਂ ਅੰਤ ਦੇ ਵਿੱਚ ਪੇਸ਼ ਕਰਦੀਆਂ ਨੇ। ਅਸਲ ਦੇ ਵਿੱਚ ਇਹ ਲੋਕ ਨਾਚ ਦੀ ਗਿੱਧੇ ਦੀ ਜੋ ਨਰਸਰੀ ਹੈ, ਜੋ ਕਿੱਕਲੀ ਹੈ, ਉਹ ਗਿੱਧੇ ਦੀ ਨਰਸਰੀ ਹੈ ਕਿਉਂਕਿ ਇਸ ਨੂੰ ਛੋਟੀਆਂ ਕੁੜੀਆਂ ਨੱਚਦੀਆਂ ਨੇ, ਸਿੱਖਦੀਆਂ ਨੇ। ਕਹਿੰਦੇ ਨਿੱਕੀਆਂ ਕੁੜੀਆਂ ਆਪਣੇ ਮਨ ਪਰਚਾਵੇ ਦੇ ਲਈ ਕਿਸੇ ਖੁਸ਼ੀ ਦੇ ਮੌਕੇ 'ਤੇ ਦੋ ਜਾਂ ਦੋ ਤੋਂ ਵੱਧ ਸਮੂਹ ਦੇ ਵਿੱਚ ਕਿਸੇ ਵਿਹੜੇ, ਖੇਤ, ਚੁਰਸਤੇ ਦੇ ਵਿੱਚ ਜਾਂ ਕੋਠੇ ਦੀ ਛੱਤ 'ਤੇ ਇਸ ਲੋਕ ਨਾਚ ਨੂੰ ਨਿੱਕੇ ਨਿੱਕੇ ਲੋਕ ਗੀਤਾਂ ਦੇ ਨਾਲ ਵੀ ਨੱਚ ਕੇ ਲਿਆ ਜਾਂਦਾ ਹੈ। ਇਸ ਦਾ ਜੋ ਨਾਚ ਦਾ ਗੀਤ ਹੈ ਉਹ ਇਸ ਪ੍ਰਕਾਰ ਹੈ। ਕਹਿੰਦੇ ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਸੋ ਇਸ ਪ੍ਰਕਾਰ ਕਹਿੰਦੇ ਇਹ ਇਸ ਦਾ ਇੱਕ ਨਮੂਨਾ ਹੈ। ਇਸ ਦਾ ਜੋ ਸਟੈਪ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ, ਨੱਚਿਆ ਕਿਵੇਂ ਜਾਂਦਾ ਹੈ। ਕਹਿੰਦੇ ਇਸ ਲਈ ਕੁੜੀਆਂ ਕਿਸੇ ਵੀ ਥਾਂ 'ਤੇ ਇਕੱਤਰ ਮਤਲਬ ਇਕੱਠੀਆਂ ਹੋ ਕੇ ਦੋ ਦੋ ਜੋਟੇ ਬਣਾ ਲੈਂਦੀਆਂ ਨੇ। ਜਿਹੜਾ ਜੋਟਾ ਸਮੂਹ ਦੇ ਇਕੱਠ ਦੇ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਨ ਵਾਲਾ ਹੁੰਦਾ ਹੈ, ਉਹਨਾਂ ਵਿੱਚੋਂ ਇੱਕ ਕੁੜੀ ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਦੇ ਵਿੱਚ, ਖੱਬਾ ਹੱਥ ਆਪਣੇ ਖੱਬੇ ਹੱਥ ਦੇ ਵਿੱਚ ਘੁੱਟ ਕੇ ਫੜ ਲੈਂਦੀ ਹੈ। ਇਸੇ ਤਰ੍ਹਾਂ ਹੀ ਦੂਜੀ ਕੁੜੀ ਵੀ ਕਰਦੀ ਹੈ। ਕਹਿੰਦੇ ਇਸ ਮੁਦਰਾ ਦੇ ਵਿੱਚ ਦੋਹਾਂ ਕੁੜੀਆਂ ਦੀਆਂ ਬਾਹਾਂ ਦੀ ਸੰਗਲੀ 8 ਦੇ ਹਿੰਦਸੇ ਮਤਲਬ 8 ਦੇ ਅੱਖਰ ਵਰਗੀ ਹੁੰਦੀ ਹੈ। ਬਾਹਾਂ ਨੂੰ ਕਹਿੰਦੇ ਇਸ ਸਥਿਤੀ ਵਿੱਚ ਕਰਨ ਤੋਂ ਪਿੱਛੋਂ ਕੁੜੀਆਂ ਆਪਣੇ ਪੈਰਾਂ ਦਾ ਭਾਰ ਪੱਬਾਂ 'ਤੇ ਪਾ ਲੈਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਜੋ ਉਹ ਪਿਛਾਂਹ ਵੱਲ ਨੂੰ ਹੈ ਉਹ ਉਲਾਰ ਦਿੰਦੀਆਂ ਹਨ। ਕਹਿੰਦੇ ਇਸ ਮੁਦਰਾ ਦੇ ਵਿੱਚ ਸਰੀਰ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ ਬਾਹਾਂ ਦੀ ਬਣਾਈ ਹੋਈ ਸੰਗਲੀ ਜਿਹੀ 'ਤੇ ਰੱਖਿਆ ਜਾਂਦਾ ਹੈ। ਕਿੱਕਲੀ ਸੰਬੰਧੀ ਪ੍ਰਚਲਿਤ ਲੋਕ ਗੀਤਾਂ ਦੇ ਬੋਲਾਂ ਦਾ ਉਚਾਰਨ ਵੀ ਕੀਤਾ ਜਾਂਦਾ ਹੈ, ਜਿਵੇਂ ਕਿ ਆਪਾਂ ਨੇ ਉੱਪਰ ਪੜ੍ਹਿਆ ਕਿੱਕਲੀ ਕਲੀਰ ਦੀ, ਪੱਗ ਮੇਰੇ
ਵੀਰ ਦੀ। ਕਹਿੰਦੇ ਕੁਝ ਲੋਕਾਂ ਦੇ ਵਿੱਚ ਇੱਕ ਇੱਕ ਹੱਥ ਨੂੰ ਛੱਡ ਕੇ ਵੀ ਮੁਦਰਾ ਸਿਰਜਣ ਲਈ ਹਿੱਤ ਵੀ ਉਚਾਰਿਆ ਜਾਂਦਾ ਹੈ। ਕੁੜੀਆਂ ਦੇ ਇਹ ਲੋਕ ਗੀਤ ਮਾਂ, ਭਰਾ, ਪਿਤਾ ਦੇ ਅਮੁੱਖ ਪਿਆਰ ਦਾ ਕੀ ਹੈ ਉਹ ਸੰਕੇਤ ਹੁੰਦਾ ਹੈ ਤੇ ਨਾਲ ਨਾਲ ਤਤਕਾਲੀ ਜੀਵਨ ਦਾ ਚਿੱਤਰਨ ਵੀ ਕਰਦੇ ਨੇ। ਕਹਿੰਦੇ ਅਜਿਹੀਆਂ ਕੁਝ ਉਦਾਹਰਨਾਂ ਇਸ ਪ੍ਰਕਾਰ ਹਨ, ਜਿਵੇਂ ਗਈ ਸੀ ਮੈਂ ਗੰਗਾ ਚੜਾ ਲਿਆਈ ਵੰਗਾ, ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਲੀ ਟੰਗਾ, ਨੀ ਮੈਂ ਇਸ ਕਿੱਲੀ ਟੰਗਾ ਨੀ ਮੈਂ ਉਸ ਕਿੱਲੀ ਟੰਗਾ। ਸੋ ਇਸ ਪ੍ਰਕਾਰ ਕਹਿੰਦੇ ਤੇਜ਼ ਘੁੰਮਦੀਆਂ ਕੁੜੀਆਂ ਪਹਿਨੀਆਂ ਹੋਈਆਂ ਕੱਚ ਦੀਆਂ ਵੰਗਾਂ ਦੀ ਛਣਕਾਰ ਪੈਦਾ ਕਰਦੀਆਂ ਨੇ ਤੇ ਸਿਰ 'ਤੇ ਲਈਆਂ ਚੁੰਨੀਆਂ ਗਲਾਂ ਵਿੱਚ ਪੈ ਕੇ ਵਾਲਾਂ ਦੀਆਂ ਗੁੰਦੀਆਂ ਗੁੱਤਾਂ ਲਮਕਦੀਆਂ ਹਨ। ਉਹਨਾਂ ਦੇ ਮੋਢੇ ਤੋਂ ਹੇਠਾਂ ਗੋਲ ਆਕਾਰ ਦੇ ਵਿੱਚ ਉੱਡਦੀਆਂ ਹੋਈਆਂ ਰੌਚਕ ਨਜ਼ਾਰਾ ਹੈ ਜੋ ਉਹ ਪੇਸ਼ ਕਰਦੀਆਂ ਨੇ। ਕਹਿੰਦੇ ਇਸ ਤਰ੍ਹਾਂ ਇਹ ਤੀਬਰ ਗਤੀ ਦਾ ਜੁੱਟ ਨਾਚ ਹੈ ਜਿਸ ਵਿੱਚ ਕਿਸੇ ਵੀ ਸਾਜ਼ ਜਾਂ ਖਾਸ ਪਹਿਰਾਵੇ ਦੀ ਕੀ ਹੈ ਲੋੜ ਨਹੀਂ ਹੁੰਦੀ। ਅਗਲਾ ਜੋ ਲੋਕ ਨਾਚ ਹੈ ਉਹ ਹੈ ਹੁੱਲੇ ਹੁਲਾਰੇ। 3 ਮਿੰਟ। ਹੁੱਲੇ ਹੁਲਾਰੇ ਕੁਝ ਭੂਗੋਲਿਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵੰਡਾਂ ਜਾਂ ਵਲਗਣਾਂ ਦੇ ਕਾਰਨ ਕਾਰਨਾਂ ਕਰਕੇ ਲੋਕ ਨਾਚ ਪੰਜਾਬ ਦੇ ਖਾਸ ਖਿੱਤਿਆਂ ਦੇ ਵਿੱਚ ਹੀ ਨੱਚੇ ਜਾਂਦੇ ਨੇ। ਕਹਿੰਦੇ ਅਜਿਹੇ ਲੋਕ ਨਾਚਾਂ ਦੇ ਵਿੱਚੋਂ ਹੁੱਲੇ ਹੁਲਾਰੇ ਇੱਕ ਅਜਿਹਾ ਲੋਕ ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮਾਂ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਵਰਗੇ ਮੰਗਲ ਤਿਉਹਾਰਾਂ ਦੇ ਸਮੇਂ ਘੇਰੇ ਦੇ ਰੂਪ ਵਿੱਚ ਨੱਚਦੀਆਂ ਨੇ। ਕਹਿੰਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਇਸ ਦਾ ਨਾਮ ਹਲੀਸਨ ਸੀ। ਹੁੱਲੇ ਹੁਲਾਰੇ ਦਾ ਪੁਰਾਣੇ ਗ੍ਰੰਥਾਂ ਦੇ ਵਿੱਚ ਨਾਮ ਕੀ ਹੈ? ਹਲੀਸਨ ਹੈ। ਕਹਿੰਦੇ ਇਸ ਦੀ ਪਰੰਪਰਾ ਦੇਵਦਾਸੀਆਂ ਦੀ ਨਾਚ ਪ੍ਰਥਾ ਦੇ ਨਾਲ ਜੁੜੀ ਹੋਈ ਦੱਸੀ ਜਾਂਦੀ ਹੈ। ਇਹ ਲੋਕ ਨਾਚ ਦੇ ਨਾਲ ਗਾਇਆ ਜਾਣ ਵਾਲਾ ਇੱਕ ਪ੍ਰਚਲਿਤ ਗੀਤ ਹੈ ਜਿਵੇਂ ਕਿ ਇਸ ਪ੍ਰਕਾਰ ਹੈ। ਹੁੱਲੇ ਹੁਲਾਰੇ ਲੋਕੀ ਗੰਗਾ ਚੱਲੇ ਹੁੱਲੇ, ਸੱਸ ਤੇ ਸਹੁਰਾ ਚੱਲੇ ਹੁੱਲੇ, ਦਿਓਰ ਦਰਾਣੀ ਚੱਲੇ ਹੁੱਲੇ, ਵਹੁਟੀ ਤੇ ਗੱਭਰੂ ਚੱਲੇ ਹੁੱਲੇ, ਸੌਂਕਣ ਨਾਲ ਲੈ ਚੱਲੇ ਹੁੱਲੇ, ਮੈਨੂੰ ਕੱਲੀ ਛੱਡ ਚੱਲੇ ਹੁੱਲੇ। ਇਹ ਹੁੱਲੇ ਹੁਲਾਰੇ ਦੇ ਨਾਲ ਸੰਬੰਧਿਤ ਕੀ ਹੈ? ਲੋਕ ਗੀਤ ਹੈ। ਨੈਕਸਟ ਅੱਗੇ ਕੀ ਹੈ? ਕਹਿੰਦੇ ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਜਦੋਂ ਇਸਤਰੀ ਪਿੜ ਦੇ ਵਿੱਚ ਮੁਦਰਾਵਾਂ ਦਾ ਸੰਚਾਰ ਕਰ ਰਹੀ ਹੁੰਦੀ ਹੈ ਉਹ ਹਰ ਇੱਕ ਤੁਕ ਦਾ ਪਹਿਲਾ ਭਾਗ ਉਚਾਰਦੀ ਹੈ ਤੇ ਬਾਕੀ ਸਮੂਹ ਸਾਥ ਨਾਲ ਹੁੱਲੇ ਹੁੱਲੇ ਸ਼ਬਦ ਦਾ ਕੀ ਹੈ ਉਚਾਰਨ ਕਰਦੀਆਂ ਹਨ। ਕਹਿੰਦੇ ਲੋਕ ਨਾਚਾਂ ਦੀਆਂ ਵਿਸ਼ੇਸ਼ ਮੁਦਰਾਵਾਂ ਹੱਥਾਂ ਦੇ ਹੁਲਾਰੇ, ਲੱਕ ਨੂੰ ਮਟਕਾਉਣਾ, ਪੈਰ ਨੂੰ ਠਮਕਾਉਣਾ, ਤਾੜੀਆਂ ਮਾਰਨਾ ਤੇ ਤੇਜ਼ ਗਤੀ ਦੇ ਨਾਲ ਘੁੰਮਣਾ ਹੀ ਹੁੰਦੀਆਂ ਹਨ। ਅੱਜ ਕੱਲ੍ਹ ਕਹਿੰਦੇ ਇਹ ਲੋਕ ਨਾਚ ਗਿੱਧੇ ਦੇ ਵਿੱਚ ਉਪਰੋਕਤ ਗੀਤ ਦੇ ਨਾਲ ਨਾਲ ਇੱਕ ਮੁਦਰਾ ਵਜੋਂ ਹੀ ਰਹਿ ਗਿਆ ਹੈ। ਅਗਲਾ ਜੋ ਲੋਕ ਨਾਚ ਹੈ ਇਸਤਰੀ ਲੋਕ ਨਾਚ ਉਹ ਹੈ ਲੁੱਡੀ। ਇਹ ਵੀ ਕਹਿੰਦੇ ਪੱਛਮੀ ਪੰਜਾਬ ਦੇ ਵਿੱਚ ਪ੍ਰਚਲਿਤ ਰਹੇ ਇਸਤਰੀ ਨਾਚਾਂ ਦੇ ਵਿੱਚੋਂ ਲੁੱਡੀ ਨੂੰ ਵਿਸ਼ੇਸ਼ ਥਾਂ ਹਾਸਿਲ ਸੀ। ਬੇਸ਼ੱਕ ਕਹਿੰਦੇ ਇਹ ਨਾਚ ਮਰਦਾਂ ਦੇ ਦੁਆਰਾ ਵੀ ਨੱਚਿਆ ਜਾਂਦਾ ਪਰ ਇਸਤਰੀਆਂ ਦਾ ਸੰਚਾਰ ਅਤੇ ਪ੍ਰਗਟਾਓ ਵੱਖਰੀ ਢੰਗ ਦਾ ਤੇ ਵੱਖਰੀ ਕਿਸਮ ਦਾ ਹੁੰਦਾ ਹੈ। ਅਗਲਾ ਜੋ ਲੋਕ ਨਾਚ ਹੈ ਉਹ ਹੈ ਧਮਾਲ। ਕਹਿੰਦੇ ਧਮਾਲ ਬੋਲੀ ਜਾਂ ਟੱਪੇ ਦੇ ਨਾਲ ਨੱਚਿਆ ਜਾਣ ਵਾਲਾ ਸੁਤੰਤਰ ਕਿਸਮ ਦਾ ਲੋਕ ਨਾਚ ਹੁੰਦਾ ਸੀ। ਹੁੱਲੇ ਹੁਲਾਰੇ ਦੇ ਵਾਂਗ ਇਹ ਵੀ ਗਿੱਧੇ ਦੇ ਵਿੱਚ ਇੱਕ ਮੁਦਰਾ ਤੱਕ ਹੀ ਸਿਮਟ ਕੇ ਰਹਿ ਗਿਆ। ਸੋ ਇਸ ਪ੍ਰਕਾਰ ਕਹਿੰਦੇ ਇਹਨਾਂ ਤੋਂ ਇਲਾਵਾ ਇਸਤਰੀਆਂ ਦੇ ਇਹਨਾਂ ਲੋਕ ਨਾਚਾਂ ਤੋਂ ਇਲਾਵਾ ਹੋਰ ਜੋ ਲੋਕ ਨਾਚ ਨੇ ਜਿਵੇਂ ਟਿੱਪਰੀ ਜਾਂ ਡੰਡਾਸ, ਫੜੂਹਾ, ਘੁੰਮਰ, ਸਪੇਰਾ ਜਾਂ ਲੋਕ ਨਾਚ ਆਦਿ ਵੀ ਪੰਜਾਬ ਦੇ ਵਿੱਚ ਕੀ ਨੇ ਪ੍ਰਚਲਿਤ ਰਹੇ ਨੇ। ਸੋ ਇਹ ਸੀ ਇਸਤਰੀ ਲੋਕ ਨਾਚ ਜਿਨ੍ਹਾਂ ਦੇ ਵਿੱਚ ਆਪਾਂ ਨੇ ਪੜ੍ਹਿਆ ਗਿੱਧਾ, ਸੰਮੀ, ਲੁੱਡੀ, ਧਮਾਲ। ਹੁਣ ਅੱਗੇ ਆਪਾਂ ਪੜ੍ਹਨ ਜਾ ਰਹੇ ਹਾਂ ਮਰਦਾਵੇਂ ਲੋਕ ਨਾਚ। ਕਹਿੰਦੇ ਪੰਜਾਬ ਦੇ ਮਰਦ ਲੋਕ ਨਾਚ ਨੂੰ ਦੀ ਵੀ ਆਪਣੀ ਇੱਕ ਵੱਖਰੀ ਪਛਾਣ ਰੱਖਦੇ ਨੇ। ਪੰਜਾਬੀਆਂ ਦੀ ਸਰੀਰਕ ਸੁਡੌਲਤਾ ਅਤੇ ਜ਼ਿੰਦਾ ਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਕਾਰਨ ਕਹਿੰਦੇ ਪੰਜਾਬ ਦੇ ਵਿੱਚ ਕਰੜੀ ਵਰਜਿਸ਼, ਮਸਤ ਮਾਨਸਿਕਤਾ, ਧਰਮ ਨਿਰਪੱਖ ਪ੍ਰਵਿਰਤੀ ਲੋਕ ਨਾਚ ਕੀ ਨੇ ਪ੍ਰਚਲਿਤ ਰਹੇ ਨੇ। ਕਹਿੰਦੇ ਇਸ ਦੀ ਪਰੰਪਰਾ ਬਹੁਤ ਪ੍ਰਾਚੀਨ ਹੈ। ਇਹ ਪੰਜਾਬ ਦੇ ਵਿੱਚ ਜੀਵਨ ਦੀ ਝਲਕ ਅਨੇਕਾਂ ਪਹਿਲੂ ਪ੍ਰਗਟ ਹੁੰਦੇ ਨੇ। ਪੂਰਵ ਇਤਿਹਾਸਕ ਅਤੇ ਇਤਿਹਾਸਕ ਸਮਿਆਂ ਦੇ ਦੌਰਾਨ ਪੰਜਾਬ ਵਿੱਚ ਕਈ ਵਾਰ ਉਥਲ ਪੁਥਲ ਹੋਈ ਪਰੰਤੂ ਪੰਜਾਬ ਦੇ ਲੋਕ ਨਾਚ ਪੂਰੇ ਜਾਂ ਅਧੂਰੇ ਰੂਪ ਦੇ ਵਿੱਚ ਬਚਦੇ ਬਚਾਉਂਦੇ ਅੱਜ ਵੀ ਸਾਡੇ ਸੱਭਿਆਚਾਰਕ ਜੀਵਨ ਦਾ ਮਹੱਤਵਪੂਰਨ ਅੰਗ ਬਣ ਚੁੱਕੇ ਨੇ। ਮਰਦਾਵੇਂ ਲੋਕ ਨਾਚਾਂ ਬਾਰੇ
ਬਾਕੀ ਆਪਾਂ ਅਗਲੇ ਲੈਕਚਰ ਦੇ ਵਿੱਚ ਪੜ੍ਹਾਂਗੇ। ਠੀਕ ਹੈ ਜੀ। ਵਰਦਾਵੇ ਲੋਕ ਨਾਚ ਆਪਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਪੜ੍ਹਾਂਗੇ। ਤਾਂ ਉਮੀਦ ਹੈ ਕਿ ਤੁਹਾਨੂੰ ਇਸਤਰੀ ਲੋਕ ਨਾਚ ਨੇ ਜੋ ਵਧੀਆ ਤਰੀਕੇ ਦੇ ਨਾਲ ਸਮਝ ਆ ਗਏ ਹੋਣਗੇ। ਬਹੁਤ ਬਹੁਤ ਧੰਨਵਾਦ।